ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਲਾਈਫ ਕੋਚ ਸ਼ੋਅ ਲੈ ਕੇ ਤੁਹਾਡੇ ਰੂਬਰੂ ਆ ਗਏ ਹਾਂ। ਅੱਜ ਅਸੀਂ ਤੁਹਾਡੀ ਜ਼ਿੰਦਗੀ ਦੇ ਇੱਕ ਬੜੇ ਅਹਿਮ ਤੇ ਖਾਸ ਪਲ ਦੀ ਗੱਲ ਕਰਾਂਗੇ ਤੇ ਉਹ ਹੁੰਦਾ ਹੈ ਵਿਆਹ। ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਕ ਖੂਬਸੂਰਤ ਪਲ ਆਉਂਦਾ ਜਦੋਂ ਜ਼ਿੰਦਗੀ ਨਵਾਂ ਮੋੜ ਲੈ ਲੈਂਦੀ ਹੈ। ਹਾਸਾ ਮਖੌਲ ਕਰਦੇ ਹੋਏ ਅਸੀਂ ਕਈ ਵਾਰ ਇਹ ਗੱਲ ਕਹਿੰਦੇ ਹਾਂ ਕਿ ਸ਼ਾਦੀ ਦਾ ਲੱਡੂ ਜਾਂ ਵਿਆਹ ਦਾ ਲੱਡੂ ਇੱਕ ਅਜਿਹਾ ਲੱਡੂ ਹੁੰਦਾ ਹੈ ਜਿਹਨੂੰ ਜੋ ਕੋਈ ਖਾਵੇ ਉਹ ਵੀ ਪਛਤਾਵੇ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ। ਜੇ ਤਾਂ ਹਾਸੇ ਮਖੌਲ ਤੱਕ ਹੀ ਗੱਲ ਸੀਮਤ ਹੈ ਫਿਰ ਤਾਂ ਇਹ ਕਹਾਵਤ ਠੀਕ ਹੈ, ਪਰ ਜਦੋਂ ਜ਼ਿੰਦਗੀ ਦੇ ਵਿੱਚ ਆ ਜਾਂਦੀ ਹੈ ਤੇ ਪਛਤਾਵਾ ਬਣ ਜਾਂਦੀ ਹੈ ਉਦੋਂ ਬਹੁਤ ਜ਼ਿਆਦਾ ਦੁਖਦਾਇਕ ਕਹਾਣੀ ਜਿਹੜੀ ਹੈ ਤੁਹਾਡੀ ਜ਼ਿੰਦਗੀ ਦੀ ਉਹ ਸ਼ੁਰੂ ਹੋ ਜਾਂਦੀ ਹੈ। ਸੋ ਇਦਾਂ ਦਾ ਮੋੜ ਕਿਸੇ ਦੀ ਜ਼ਿੰਦਗੀ 'ਚ ਨਾ ਆਵੇ, ਇਸੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਪਰ ਆਮ ਤੌਰ ਦੇ ਉੱਤੇ ਅਸੀਂ ਆਪਣੇ ਆਲੇ ਦੁਆਲੇ ਬਹੁਤ ਇਦਾਂ ਦੀਆਂ ਗੱਲਾਂ ਸੁਣ ਰਹੇ ਹਾਂ ਕਿ ਤਲਾਕ ਦੇ ਮਾਮਲੇ ਜਿਹੜੇ ਨੇ ਲਗਾਤਾਰ ਵੱਧਦੇ ਜਾ ਰਹੇ ਨੇ। ਇਸ ਲਈ ਜ਼ਰੂਰੀ ਹੈ ਕਿ ਇਸ ਮੁੱਦੇ ਦੇ ਉੱਤੇ ਗੱਲਬਾਤ ਵੀ ਕੀਤੀ ਜਾਵੇ। ਸੋ ਉਮੀਦ ਕਰਦੇ ਹਾਂ ਕਿ ਜਦੋਂ ਇਹ ਗੱਲਬਾਤ ਅਸੀਂ ਅੱਗੇ ਵਧਾਵਾਂਗੇ ਉਸ ਤੋਂ ਤੁਹਾਨੂੰ ਕੁਝ ਸੋਚਣ ਸਮਝਣ ਦੇ ਲਈ ਕੁਝ ਰਾਹ ਜ਼ਰੂਰ ਮਿਲਣਗੇ, ਕੁਝ ਸੁਝਾਅ ਜ਼ਰੂਰ ਮਿਲਣਗੇ। ਉਸ ਦੇ ਨਾਲ ਹੀ ਨਾਲ ਮੈਂ ਚਾਹਾਂਗਾ ਕਿ ਜੇ ਤੁਸੀਂ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਡੇ ਫੇਸਬੁੱਕ ਪੇਜ ਦੇ ਉੱਤੇ ਸ਼ੋਅ ਦੇਖ ਰਹੇ ਹੋ, ਇਹਨੂੰ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਇਹ ਜਾਣਕਾਰੀ ਬਹੁਤ ਸਾਰੇ ਲੋਕਾਂ ਦੇ ਲਈ ਕੰਮ ਆਉਣ ਵਾਲੀ ਹੈ। ਹੋ ਸਕਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੁਝ ਅਜਿਹਾ ਚੱਲ ਰਿਹਾ ਹੋਵੇ ਤੇ ਤੁਹਾਡੇ ਦਿੱਤੇ ਹੋਏ ਇਸ ਪ੍ਰੋਗਰਾਮ ਦੇ ਵਿੱਚ ਸੁਝਾਅ ਜ਼ਰੂਰ ਕੰਮ ਆਉਣਗੇ। ਸੋ ਸਾਡੇ ਨਾਲ ਸਾਡੇ ਗੈਸਟ ਇਸ ਸ਼ੋਅ ਦੇ ਜਿਹੜੇ ਨੇ ਉਹ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਲਾਈਫ ਕੋਚ ਰਣਦੀਪ ਸਿੰਘ ਜੀ, ਸਵਾਗਤ ਹੈ ਸਰ। ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸੋ ਲਾਈਫ ਕੋਚ ਇੱਕ ਬੜੀ ਇੰਪੋਰਟੈਂਸ ਰੱਖਦਾ ਸਾਡੀ ਜ਼ਿੰਦਗੀ ਦੇ ਵਿੱਚ। ਮੈਂ ਰਣਦੀਪ ਸਰ ਦੇ ਨਾਲ ਇੱਕ ਗੱਲ ਕਰ ਰਿਹਾ ਸੀਗਾ ਕਿ ਸਾਡੇ ਇੱਥੇ ਅਗਰ ਇੰਡੀਆ ਦੀ ਗੱਲ ਕਰੀਏ ਸੋ ਹਜੇ ਵੀ ਲੋਕੀ ਇੰਨੇ ਅਵੇਅਰ ਨਹੀਂ ਹੈਗੇ ਕਿ ਕਾਉਂਸਲਿੰਗ ਲੈਣੀ ਚਾਹੀਦੀ ਹੈ। ਹਾਲਾਂਕਿ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਇਹ ਚੀਜ਼ ਪ੍ਰਚਲਿਤ ਹੈਗੀ ਹੈ ਤੇ ਹੁਣ ਵੱਡੇ ਸ਼ਹਿਰਾਂ ਦੇ ਵਿੱਚ ਜ਼ਰੂਰ ਲੋਕੀ ਅਵੇਅਰ ਹੋ ਗਏ ਨੇ ਤੇ ਬਹੁਤ ਜ਼ਿਆਦਾ ਹੈਲਪ ਵੀ ਕਰਦੀ ਹੈ। ਸੋ ਲਾਈਫ ਕੋਚ ਜਿਹੜਾ ਹੈਗਾ ਉਹ ਤੁਹਾਨੂੰ ਮਦਦ ਕਰਦਾ ਹੈ ਕਿ ਜੇ ਤੁਸੀਂ ਜ਼ਿੰਦਗੀ ਦੇ ਕਿਸੇ ਗੁੰਝਲਦਾਰ ਸਿਚੁਏਸ਼ਨ ਦੇ ਵਿੱਚੋਂ ਨਿਕਲ ਰਹੇ ਹੋ ਤਾਂ ਤੁਹਾਨੂੰ ਉਸ ਦੇ ਵਿੱਚ ਮਦਦ ਮਿਲੇ। ਤਾਂ ਇਹ ਜਾਣਕਾਰੀ ਨੂੰ ਬੜੇ ਧਿਆਨ ਨਾਲ ਸੁਣਨਾ। ਸੋ ਰਣਦੀਪ ਸਰ, ਜਿਹੜਾ ਅੱਜ ਕੱਲ੍ਹ ਅਸੀਂ ਦੇਖ ਰਹੇ ਕਿ ਤਲਾਕ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਨੇ, ਹੁੰਦੇ ਤਾਂ ਪਹਿਲਾਂ ਵੀ ਸੀਗੇ ਪਰ ਅੱਜ ਲਾਈਫ ਜ਼ਿਆਦਾ ਇਹਨਾਂ ਵੱਲ ਨੂੰ ਹੋ ਗਈ ਹੈ, ਰੁਝਾਨ ਹੋ ਗਿਆ ਕਿ ਲੋਕਾਂ ਨੂੰ ਇਹ ਸੌਖਾ ਲੱਗਣ ਲੱਗ ਗਿਆ। ਦੇਖੋ ਐਕਚੁਅਲ ਦੇ ਵਿੱਚ ਪਤਾ ਕੀ ਹੋ ਗਿਆ, ਹਰ ਕੋਈ ਬੜਾ ਹੀ ਸੈਲਫਿਸ਼ ਹੋ ਗਿਆ ਆਪਣੇ ਆਪ ਦੇ ਵਿੱਚ। ਉਹ ਇਹ ਸੋਚਦੇ ਆ ਵੀ ਇੰਨਿਆਂ ਦਾ ਹੋ ਗਿਆ, ਜੇ ਮੇਰਾ ਵੀ ਹੋ ਗਿਆ ਕੀ ਫਰਕ ਪੈਂਦਾ ਹੈ। ਤੇ ਉਹ ਆਪਣੀ ਕੰਡੀਸ਼ਨਾਂ ਤੇ ਆਪਣੇ ਜਿਹੜੇ ਪੈਰਾਮੀਟਰਸ ਤਿਆਰ ਕਰੇ ਹੋਏ ਨੇ ਇੱਕ ਇਨਸਾਨ ਨੇ, ਸਿਰਫ ਉਹਦੇ ਉੱਤੇ ਹੀ ਉਹ ਜੀਣਾ ਚਾਹੁੰਦਾ ਹੈ। ਕਿਉਂਕਿ ਦੇਖੋ ਜਦੋਂ ਦੋ એનર્ਜੀਜ਼ ਨੇ ਮਿਲਣਾ ਆਪਸ ਦੇ ਵਿੱਚ, ਦੋ ਸੋਚਾਂ ਨੇ ਮਿਲਣਾ ਹੈ ਤਾਂ ਇੱਕ ਦਿਨ ਚ ਤਾਂ ਕੰਪੈਟੀਬਲ ਹੋਣੀਆਂ ਨਹੀਂ ਗੀਆਂ, ਉਹਨੂੰ ਸਮਾਂ ਲੱਗਦਾ ਹੀ ਲੱਗਦਾ ਹੈ। ਨਾਲੇ ਇੱਕ ਦੂਸਰੇ ਦੇ ਪ੍ਰਤੀ ਅਸੀਂ ਮੋਲਡ ਕਰਨਾ ਆਪਣਾ, ਮੀਨਸ ਆਪਣੇ ਚ ਫਲੈਕਸੀਬਿਲਿਟੀ ਲੈ ਕੇ ਆਉਣੀ ਹੈ ਵੀ ਮੈਂ ਇਹਦੇ ਨਾਲ ਆਪਣੇ ਆਪ ਨੂੰ ਢਾਲ ਲਵਾਂ ਜਾਂ ਇਹ ਮੇਰੇ ਨਾਲ ਢਾਲ ਲਵੇ। ਇਹ ਤੋਂ ਬਿਨਾਂ ਜ਼ਿੰਦਗੀ ਤੁਹਾਡੀ ਚੱਲ ਹੀ ਨਹੀਂ ਸਕਦੀ। ਤੁਸੀਂ ਭਾਵੇਂ ਕਿੰਨੇ ਹੀ ਇੰਟੈਲੀਜੈਂਟ ਹੋ, ਦੇਖੋ ਜਿੰਨੇ ਜ਼ਿਆਦਾ ਪੜ੍ਹੇ ਲਿਖੇ ਆ ਨਾ ਉਨੇ ਜ਼ਿਆਦਾ ਤਲਾਕ ਹੈ, ਕਿਉਂਕਿ ਜਿੰਨੇ ਜ਼ਿਆਦਾ ਪੜ੍ਹੇ ਲਿਖੇ ਆ ਉਹਨਾਂ ਦੇ ਇਨਕਮ ਸੋਰਸ ਜ਼ਿਆਦਾ ਨੇ ਤੇ ਉਹ ਈਗੋ ਵੀ ਜ਼ਿਆਦਾ ਹੋ ਜਾਂਦੀ ਹੈ ਵੀ ਮੈਂ ਵੱਧ ਕਮਾਉਣਾ ਜਾਂ ਕਮਾਉਣੀ ਹੈ, ਇਹਦੇ ਕਰਕੇ ਮੈਂ ਤੇਰੇ ਤੋਂ ਵੱਡਾ ਅਹੁਦਾ ਜ਼ਿਆਦਾ ਰੱਖਦੀ ਹਾਂ ਜਾਂ ਰੱਖਦਾ ਵੀ ਤੂੰ ਮੈਨੂੰ ਕੁਛ ਨਹੀਂ ਇਹ ਚੀਜ਼ਾਂ ਕਹਿ ਸਕਦੀ। ਪਰ ਜਦੋਂ ਆਪਣਾ ਵਿਆਹ ਹੀ ਹੋ ਗਿਆ ਨਾ, ਫਿਰ ਈਗੋ, ਮਨੀ ਮੈਟਰਸ, ਹੋਰ ਜਿਹੜੀਆਂ ਆਰਗੂਮੈਂਟਸ ਨੇ ਇਹ ਸਾਈਡ ਤੇ ਹੋਣੀਆਂ ਚਾਹੀਦੀਆਂ ਨੇ। ਤੁਹਾਡਾ ਰਿਲੇਸ਼ਨਸ਼ਿਪ ਸਟਰੋਂਗ ਹੋਣਾ ਚਾਹੀਦਾ, ਅੰਡਰਸਟੈਂਡਿੰਗ ਵਾਲਾ ਹੋਣਾ ਚਾਹੀਦਾ। ਜੇ ਤੁਸੀਂ ਇੱਕ ਦੂਸਰੇ ਨੂੰ ਅੰਡਰਸਟੈਂਡ ਹੀ ਨਹੀਂ ਕਰ ਸਕਦੇ ਤੇ ਤੁਸੀਂ ਜ਼ਿੰਦਗੀ 'ਚ ਕੀ ਪ੍ਰਾਪਤ ਕਰਿਆ ਫਿਰ? ਦੇਖੋ ਤੁਸੀਂ ਆਪਣੇ ਫਰੈਂਡ ਸਰਕਲ ਨਾਲ ਐਡਜਸਟ ਕਰ ਲੈਂਦੇ ਹੋ, ਉਹਨਾਂ ਦੀ ਗੱਲਾਂ ਨੂੰ ਸਮਝ ਲੈਂਦੇ ਹੋ, ਉਹਨਾਂ ਨੂੰ ਐਡਵਾਈਸ ਵੀ ਕਰ ਲੈਂਦੇ ਹੋ, ਫਿਰ ਹੋਰ ਕਿਸੇ ਨੂੰ ਸਲਾਹ ਵੀ ਦੇਣ ਤੁਰ ਪੈਂਦੇ ਹੋ। ਪਰ ਜਦੋਂ ਆਪਣੇ ਘਰ ਦੀ ਗੱਲ ਆ ਜਾਂਦੀ, ਜਿੱਥੇ ਤੁਸੀਂ ਪੋਜ਼ਿਟਿਵ ਐਟਮੋਸਫੀਅਰ ਕ੍ਰੀਏਟ ਕਰਕੇ ਰੱਖਣਾ ਸੀਗਾ, ਉੱਥੇ ਤੁਸੀਂ ਹਰ ਤਰੀਕੇ ਦੀ ਨੈਗੇਟਿਵ એનર્ਜੀ ਨੂੰ ਜਨਰੇਟ ਕਰਨਾ ਸ਼ੁਰੂ ਕਰ ਦਿੰਦੇ ਹੋ। ਐਬਿਊਸਿਵ ਲੈਂਗੁਏਜ ਯੂਜ਼ ਕਰਦੇ ਹੋ ਵੀ ਤੁਹਾਡਾ ਰਿਲੇਸ਼ਨਸ਼ਿਪ ਖਰਾਬ ਹੋ ਜਾਵੇ। ਫਿਰ ਆਰਗੂਮੈਂਟ ਐਸੇ ਇਲੌਜੀਕਲ ਟੌਪਿਕਸ ਦੇ ਉੱਤੇ ਆਰਗੂਮੈਂਟ ਹੁੰਦੀ ਹੈ। ਕਈ ਵਾਰੀ ਤਾਂ ਨਾ ਆਰਗੂਮੈਂਟ ਇਹ ਗੱਲ ਤੇ ਹੁੰਦੀ ਹੈ ਵੀ ਤੇਰੀ ਮਾਂ ਆ ਕੇ ਗਈ ਸੀ ਵੀ ਆਹ ਸਮਾਨ ਦੇ ਕੇ ਗਈ ਹੈ, ਅਸੀਂ ਭੁੱਖੇ ਆ ਸਮਾਨ ਦੇ ਜੀ। ਇੰਨੀ ਕੁ ਗੱਲ 15 ਦਿਨ ਚੱਲਦੀ ਹੈ ਲਗਾਤਾਰ। ਬਿਲਕੁਲ, ਮੀਨਸ ਜਿਹੜੀ ਉਹ ਗੱਲਾਂ ਨੇ ਵੀ ਜਿਹਦਾ ਨਾ ਸਿਰ ਨਾ ਪੈਰ। ਇਹ ਕਿਉਂ ਕਰਨਾ ਚਾਹੁੰਦੇ ਦੋਨੇ ਹਸਬੈਂਡ ਵਾਈਫ, ਕਿਉਂ ਕਰਦੇ ਨੇ ਇਹ ਗੱਲਾਂ? ਇਸ ਲਈ ਕਰਦੇ ਨੇ, ਉਹਨਾਂ ਨੂੰ ਪਤਾ ਹੈ ਵੀ ਇੱਕ ਦੂਸਰੇ ਨੂੰ ਅਸੀਂ ਜੇ ਗਾਲਾਂ ਵੀ ਕੱਢ ਦਾਂਗੇ ਨਾ ਤੇ ਕੋਈ ਫਰਕ ਨਹੀਂ ਪੈਂਦਾ ਬਾਹਰ। ਤੁਸੀਂ ਜੇ ਕਿਸੇ ਬਾਹਰਲੇ ਬੰਦੇ ਨਾਲ ਵੈਸਦੇ ਹੋ, ਆਰਗੂਮੈਂਟ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ, ਤੁਹਾਨੂੰ ਫਿਜ਼ੀਕਲ ਅਟੈਕ ਦਾ ਖਤਰਾ ਰਹਿੰਦਾ। ਸੋ ਜੇ ਫਿਰ ਉਹਦੇ ਬਾਅਦ ਜਿੰਨਾ ਕਲੇਸ਼ ਵਧੂਗਾ, ਜਿੰਨੀ ਤੁਹਾਡੀ ਮਿਸਅੰਡਰਸਟੈਂਡਿੰਗ ਵਧੂਗੀ, ਜਿੰਨਾ ਤੁਹਾਡਾ ਪਿਆਰ ਘਟੂਗਾ, ਅਟੈਚਮੈਂਟ ਘਟੂ, ਬੌਂਡਿੰਗ ਘਟੂਗੀ, ਓਬਵੀਅਸਲੀ ਤੁਸੀਂ ਆਪਣੇ ਨਵੇਂ ਰਸਤੇ ਖੋਜਣੇ ਸ਼ੁਰੂ ਕਰ ਦੋਗੇ। ਜਾਂ ਤਾਂ ਐਕਸਟਰਾ ਮੈਰਿਟਲ ਅਫੇਅਰ ਚਲੇ ਜਾਣਗੇ ਜਾਂ ਫਿਰ ਉਹ ਡਾਈਵੋਰਸ ਵਾਲੇ ਪਾਸੇ ਚਲੇ ਜਾਣਗੇ। ਪਰ ਐਟ ਦੀ ਐਂਡ ਨੁਕਸਾਨ ਤੁਹਾਡੇ ਦੋਨਾਂ ਦਾ ਹੈ, ਬਿਲਕੁਲ ਹੋਰ ਕਿਸੇ ਦਾ ਵੀ ਨੁਕਸਾਨ ਨਹੀਂ ਹੈਗਾ। ਉਹ ਤੋਂ ਵੱਧ ਵੱਡਾ ਨੁਕਸਾਨ ਹੈਗਾ ਤੁਹਾਡੇ ਬੱਚਿਆਂ ਦਾ, ਜੇ ਹੈਗੇ ਨੇ ਉਹ।
ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਵਧੀਆ ਖਹਿੜਾ ਛੁੱਟਿਆ ਇਹ ਤੋਂ ਅੱਡ ਹੋ ਗਈ ਜਾਂ ਹੋ ਗਿਆ, ਪਰ ਤੁਸੀਂ ਉਹ ਚੀਜ਼ ਨੂੰ ਹੈਂਡਲ ਕਰਕੇ ਠੀਕ ਕਰਕੇ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦੇ ਸੀ, ਪਰ ਉਹਦੇ ਵੱਲ ਕੋਸ਼ਿਸ਼ ਦੋਨਾਂ ਨੇ ਨਹੀਂ ਕਰੀ ਹੈਗੀ। ਸੋ ਰਣਦੀਪ ਜੀ, ਜਿੰਨੀਆਂ ਤੁਸੀਂ ਗੱਲਾਂ ਕੀਤੀਆਂ, ਇੱਕ ਓਵਰਵਿਊ ਸਾਰਾ ਤੁਸੀਂ ਦਿੱਤਾ, ਹਰ ਇੱਕ ਚੀਜ਼ ਆਈ ਹੈ ਉਸ ਦੇ ਵਿੱਚ। ਔਰ ਅਗਰ ਗੌਰ ਕਰੇ ਦਰਸ਼ਕ ਤਾਂ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਗੱਲ ਕੀਤੀ ਸੀਗੀ ਕਿ ਮਨੀ ਮਾਈਂਡਡ ਲੋਕ ਹੋ ਗਏ ਨੇ, ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਇਕੱਲੇ ਜ਼ਿੰਦਗੀ ਜੀ ਸਕਦੇ ਹਾਂ। ਦੂਜੀ ਗੱਲ, ਅਵੇਅਰਨੈਸ ਬਹੁਤ ਹੋ ਗਈ, ਸਾਡੀ ਨੌਲੇਜ ਇੰਨੀ ਵੱਧ ਗਈ, ਸਾਨੂੰ ਈਗੋ ਵੀ ਆ ਜਾਂਦੀ ਹੈ। ਤਾਂ ਰਿਸ਼ਤਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਪੈਸਾ ਤੇ ਈਗੋ, ਇਹ ਤੇ ਸਾਨੂੰ ਆਮ ਤੌਰ ਤੇ ਪਤਾ ਹੈ ਕਿ ਜਦੋਂ ਰਿਸ਼ਤਿਆਂ 'ਚ ਆ ਗਈ ਤਾਂ ਰਿਸ਼ਤਿਆਂ 'ਚ ਦੋ ਫਾੜ ਹੋਣਾ ਜਿਹੜਾ ਉਹਨਾਂ ਦਾ ਲਾਜ਼ਮੀ ਹੋ ਜਾਂਦਾ ਹੈ। ਔਰ ਹਸਬੈਂਡ ਵਾਈਫ ਇੱਕ ਘਰ ਦੀ ਨੀਂਹ ਹੁੰਦੇ ਨੇ, ਕਿਉਂਕਿ ਜਦੋਂ ਅੱਗੇ ਪਰਿਵਾਰ ਵੱਧਦਾ, ਬੱਚੇ ਹੋ ਗਏ, ਤਾਂ ਤੁਸੀਂ ਇੱਕ ਨਵੀਂ ਜਨਰੇਸ਼ਨ ਨੂੰ ਅੱਗੇ ਵਧਾ ਰਹੇ ਹੋ। ਤਾਂ ਜੇ ਉੱਥੇ ਇਹ ਚੀਜ਼ ਆ ਗਈ ਤਾਂ ਬਹੁਤ ਪ੍ਰੋਬਲਮ ਵਾਲੀ ਗੱਲ ਹੈ। ਅੱਛਾ, ਅਸੀਂ ਵਾਰੀ-ਵਾਰੀ ਅਗਰ ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਪਹਿਲਾਂ ਇਹ ਗੱਲ ਸੋਚਦੇ ਹੁੰਦੇ ਸੀਗੇ ਕਿ ਲਵ ਮੈਰਿਜਸ, ਆਮ ਤੌਰ ਤੇ ਲੋਕ ਕਹਿੰਦੇ ਸੀ ਕਿ ਉਹਨਾਂ ਦੇ ਵਿੱਚ ਇਹ ਪ੍ਰੋਬਲਮਸ ਹੁੰਦੀਆਂ ਨੇ, ਕਿਉਂਕਿ ਸ਼ਾਇਦ ਜਿਹੜਾ ਲਵ ਮੈਰਿਜ ਹੁੰਦੀ ਹੈ ਇੱਕ ਦੋਸਤੀ ਤੋਂ ਸ਼ੁਰੂ ਹੁੰਦੀ ਹੈ, ਦੋਸਤੀ ਦੇ ਵਿੱਚ ਕੋਈ ਵੀ ਲਿਮਿਟੇਸ਼ਨਸ ਨਹੀਂ ਹੁੰਦੀਆਂ, ਤੁਸੀਂ ਖੁੱਲ ਕੇ ਜੋ ਮਰਜ਼ੀ ਬੋਲੋ। ਤੇ ਜਦੋਂ ਅਰੇਂਜ ਮੈਰਿਜ ਹੁੰਦੀ ਹੈ, ਪਰਿਵਾਰਾਂ ਦਾ ਦਬਾਅ ਵੀ ਹੁੰਦਾ ਤੇ ਕੁਝ ਲਿਮਿਟੇਸ਼ਨਸ ਵੀ ਹੁੰਦੀਆਂ ਨੇ, ਤੁਸੀਂ ਹੌਲੀ-ਹੌਲੀ ਖੁੱਲਦੇ ਹੋ। ਸੋ ਇਹ ਪਹਿਲਾਂ ਇੱਕ ਫਰਕ ਹੁੰਦਾ ਸੀ, ਪਰ ਇਹ ਹੁਣ ਇਹ ਵੀ ਫਰਕ ਜਿਹੜਾ ਖਤਮ ਹੋ ਗਿਆ। ਹੁਣ ਗਾਰੰਟੀ ਨਾ ਲਵ ਮੈਰਿਜ ਦੀ ਹੈ ਤੇ ਨਾ ਹੀ ਅਰੇਂਜ ਮੈਰਿਜ ਦੀ ਹੈ। ਸੋ ਵਾਰੀ-ਵਾਰੀ ਅਗਰ ਗੱਲ ਕਰੀਏ, ਸੋ ਜਿਵੇਂ ਗੱਲ ਕੀਤੀ ਰਣਦੀਪ ਸਰ ਨੇ ਕਿ ਜਿਹੜਾ ਬੋਲੇ ਹੋਏ ਸ਼ਬਦ ਨੇ, ਜਦੋਂ ਅਸੀਂ ਬੋਲਦੇ ਹੈਗੇ ਆ ਕੁਝ, ਤਾਂ ਇਹ ਤਾਂ ਬੰਦੂਕ ਚੋਂ ਨਿਕਲੀ ਗੋਲੀ, ਜ਼ਬਾਨ ਚੋਂ ਨਿਕਲੀ ਗੱਲ, ਇਹ ਕਦੀ ਵਾਪਸ ਨਹੀਂ ਮੁੜੇ, ਤੇ ਉਹ ਜਿਹੜੀ ਇੱਕ ਰਿਸਪੈਕਟ ਖਤਮ ਹੋ ਜਾਂਦੀ ਹੈ ਨਾ। ਸੋ ਖਾਸ ਤੌਰ ਦੇ ਉੱਤੇ ਹਸਬੈਂਡ ਵਾਈਫ ਦਾ ਇੱਕ ਦੂਸਰੇ ਦੇ ਨਾਲ ਵਿਚਰਨਾ ਕਿਵੇਂ ਦਾ ਹੋਣਾ ਚਾਹੀਦਾ। ਹੁਣ ਉਹ ਟਾਈਮ ਵੀ ਨਹੀਂ ਰਿਹਾ ਜਿਵੇਂ ਪਹਿਲਾਂ ਘਰ ਵਾਲੀਆਂ ਜਿਹੜੀਆਂ ਉਹ, ਚਲੋ ਆਪਣੇ ਸਿੱਖ ਕਮਿਊਨਿਟੀ ਦੇ ਵਿੱਚ ਤੇ ਇਹ ਚੀਜ਼ ਨਹੀਂ ਹੈਗੀ ਕਿ ਪੈਰੀ ਹੱਥ ਲਾਉਂਦੀਆਂ, ਹਿੰਦੂ ਕਮਿਊਨਿਟੀ 'ਚ ਹੈਗੀਆਂ ਵੀ ਉਹ ਜੀ ਪਤੀ ਪਰਮੇਸ਼ਵਰ ਹੈ, ਪੈਰਾਂ ਨੂੰ ਹੱਥ ਲਾਣੇ, ਉਹ ਚੀਜ਼ਾਂ ਤੇ ਹੁਣ ਚਲੋ ਚਲੀਆਂ ਗਈਆਂ ਹੈ ਨਾ, ਅਲੋਪ ਹੋ ਗਈਆਂ। ਪਰ ਰਿਸਪੈਕਟ ਜਿਹੜੀ ਆ ਉਹ ਐਕਸ਼ਨਸ ਦੇ ਵਿੱਚ ਨਹੀਂ, ਮਾਈਂਡ ਦੇ ਵਿੱਚ ਹੋਣੀ ਚਾਹੀਦੀ ਹੈ। ਤਾਂ ਕਿਵੇਂ ਵਿਚਰਨਾ ਹਸਬੈਂਡ ਵਾਈਫ ਦਾ ਤੁਹਾਡੇ ਹਿਸਾਬ ਨਾਲ ਸੁਝਾਅ ਹੈਗਾ? ਦੇਖੋ, ਸਭ ਤੋਂ ਪਹਿਲੀ ਚੀਜ਼ ਤਾਂ ਇਹ ਐਕਸੈਪਟੈਂਸ। ਤੁਸੀਂ ਪਹਿਲਾਂ ਤਾਂ ਇਹ ਐਕਸੈਪਟ ਕਰੋ ਵੀ ਤੁਸੀਂ ਹਸਬੈਂਡ ਵਾਈਫ ਹੋ ਤੇ ਥਰੂ ਆਊਟ ਲਾਈਫ ਤੁਸੀਂ ਆਪਣੀ ਸਪੈਂਡ ਕਰਨੀ ਹੈ ਟਿਲ ਡੈਥ। ਜਦੋਂ ਤੁਸੀਂ ਇਹ ਕਨਸੈਪਟ ਨੂੰ ਤੁਹਾਡੇ ਪੱਲੇ ਪੈ ਗਿਆ, ਦੇਖੋ ਜਿਹੜੀ ਮੈਰਿਜ ਲਾਈਫ ਆ ਨਾ, ਇਹ ਅਨਪ੍ਰੈਡਿਕਟੇਬਲ ਹੈ ਵੀ ਕਿਵੇਂ ਦੀ ਹੋਊ, ਕਿਵੇਂ ਦਾ ਸਮਾਂ ਆਊਗਾ, ਕਿਹਨੂੰ ਮਿਲਣਾ ਪੈਣਾ, ਉਹਦੇ ਕੀ ਨੇਚਰ ਹੋਊਗੀ, ਕੋਈ ਪ੍ਰੈਡਿਕਟ ਨਹੀਂ ਕਰ ਸਕਦਾ, ਕਿਉਂਕਿ ਜਿਹੜੀ ਹਿਊਮਨ ਨੇਚਰ ਹੈ, ਐਵਰੀ ਡੇ ਸਾਡਾ ਬਿਹੇਵੀਅਰ ਚੇਂਜ ਹੁੰਦਾ ਅਕੋਰਡਿੰਗ ਟੂ ਸਰਕਮਸਟੈਂਸਿਸ, ਅਕੋਰਡਿੰਗ ਟੂ ਲਾਈਕਸ ਐਂਡ ਡਿਸਲਾਈਕਸ, ਜਿਵੇਂ ਸਾਡਾ ਮਾਹੌਲ এনवायरमेंट ਕ੍ਰੀਏਟ ਹੁੰਦਾ ਹੈ। ਤੇ ਮੈਂ ਇੱਕ ਐਸੇ ਪਰਿਵਾਰ ਨੂੰ ਵੀ ਜਾਣਦਾ, ਉਹਨਾਂ ਨੇ ਨਾ 50th ਐਨੀਵਰਸਰੀ ਮਨਾਈ ਆ ਆਪਣੀ ਜੀ, ਤੇ ਜਦੀ ਮੇਰੀ ਸੋਝੀ ਹੈ, ਮੈਂ 4-5 ਸਾਲ ਤੋਂ ਮੈਂ ਸੋਝੀ 'ਚ ਆ ਗਿਆ ਸੀ, ਜੋ ਮੈਂ ਦੇਖਦਾ ਅੱਜ ਤੱਕ ਉਹਨਾਂ ਦੀ ਲੜਾਈ ਨਿੱਤ ਦੀ ਹੈ, ਨਿੱਤ ਦੀ ਲੜਾਈ ਹੈ। ਤੇ ਅੱਜ ਉਹਦੇ ਬੱਚਿਆਂ ਨੇ 50th ਐਨੀਵਰਸਰੀ ਮਨਾਈ ਹੈ ਉਹਨਾਂ ਦੀ। ਕੀ ਬਾਤ। ਪਰ ਜਿਵੇਂ ਦੇ ਉਹ ਲੜਦੇ ਨੇ, ਜੇ ਕਿਤੇ ਅੱਜ ਦਾ ਮਾਹੌਲ ਹੋਵੇ ਤਾਂ 6 ਮਹੀਨੇ ਨਾ ਕੱਟਣ ਉਹ, ਪਰ ਉਹਨਾਂ ਦੇ ਲੜਨੇ ਤੇ ਅੱਜ ਦੇ ਲੜਨੇ 'ਚ ਫਰਕ ਪਤਾ ਕੀ ਹੈ? ਉਹਨਾਂ ਦੀ ਜੇ ਲੜਾਈ ਹੋ ਗਈ, ਬਹਿਸ ਹੋ ਗਈ ਨਾ, ਉਹ ਉਨੇ ਕੁ ਡਿਊਰੇਸ਼ਨ ਤੱਕ ਹੀ ਸੀਮਤ ਆ, ਉਹ ਐਕਸਟੈਂਡ ਨਹੀਂ ਕਰੀ ਜਾਂਦੀ ਅਗਲੇ ਦਿਨਾਂ ਤੱਕ ਜਾਂ ਹੋਰ ਦਿਨਾਂ ਦੇ ਵਿੱਚ। ਰਾਤ ਗਈ ਬਾਤ ਗਈ, ਉਹ ਵਾਲਾ ਹਾਲ ਉਹਨਾਂ ਦਾ। ਅਸੀਂ ਕੀ ਕਰਦੇ, ਕੋਈ ਗੱਲ ਕਹਿਤੀ ਨਾ, 2 ਸਾਲ ਪਿੱਛੋਂ ਵੀ ਗੱਲ ਚੱਕ ਲਿਆਵਾਂਗੇ, ਮੈਂ ਭੁੱਲੀ ਨਹੀਂ ਹੈਗੀ, ਮੇਰੇ ਨਾਲ ਆਹ ਕੀਤਾ ਤੂੰ, ਮੈਂ ਭੁੱਲਿਆ ਨਹੀਂ, ਮੇਰੇ ਨਾਲ ਆਹ ਕੀਤਾ ਸੀ ਉਦੋਂ। ਫਿਰ ਦੱਸੋ, ਉਹ ਜੇ ਚੀਜ਼ਾਂ ਆਪਣੇ ਦੁਸ਼ਮਣੀ ਲਈ ਕਾਇਮ ਰੱਖਣੀਆਂ ਨੇ ਤੇ ਫਿਰ ਪਿਆਰ ਕਿੱਥੋਂ ਜਨਰੇਟ ਹੋਣਾ ਹੈ? ਬਿਲਕੁਲ, ਮੇਰੇ ਖਿਆਲ ਨਾਲ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਖਾਸ ਤੌਰ ਦੇ ਉੱਤੇ ਮੇਰੀਆਂ ਭੈਣਾਂ ਵੀ ਸੁਣ ਰਹੀਆਂ ਪ੍ਰੋਗਰਾਮ, ਉਹਨਾਂ ਦੇ ਵਿੱਚ ਫੀਮੇਲਸ ਜਿਹੜੀਆਂ ਨੇ, ਇਹ ਅਸੀਂ ਸਾਇੰਟੀਫਿਕਲੀ ਵੀ ਦੇਖਦੇ ਹਾਂ ਕਿ ਉਹ ਗੱਲ ਜ਼ਿਆਦਾ ਯਾਦ ਰੱਖਦੀਆਂ ਨੇ, ਤੇ ਉਹ ਜਿਹੜੀ ਚੀਜ਼ ਹੈ ਵੀ ਦਿਲ 'ਚ ਜੇ ਰੱਖੀ ਹੋਵੇ ਤਾਂ ਦਿੱਕਤ ਆਉਂਦੀ ਹੈ। ਮੈਨੂੰ ਲੱਗਦਾ ਹੈ ਕਿ ਇੱਕ ਕਿਸ ਲਾਈਫ ਕੰਪੇਨੀਅਨ ਜਾਂ ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਦੇ ਲਈ ਚੰਗਾ ਜਿਹੜੀ ਤੁਸੀਂ ਖੂਬੀ ਪਹਿਲੇ ਦਿਨ ਜੋ ਬੰਦੇ 'ਚ ਖੂਬੀ ਦੇਖੀ ਸੀ, ਉਹਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਇਹਦੇ ਬਾਰੇ ਕੀ ਕਹੋਗੇ? ਦੇਖੋ, ਹਰ ਇਨਸਾਨ ਦੇ ਵਿੱਚ ਨਾ ਗੁੱਡ ਹੈਬਿਟਸ ਹੁੰਦੀਆਂ ਹੀ ਹੁੰਦੀਆਂ ਨੇ, ਜੇ ਬੈਡ ਹੈਗੇ ਤਾਂ ਗੁੱਡ ਵੀ ਹੋਣਗੀਆਂ ਹੀ ਹੋਣਗੀਆਂ। ਹੋ ਹੀ ਨਹੀਂ ਸਕਦਾ ਵੀ ਬਿਨਾਂ ਇਹ ਚੀਜ਼ਾਂ ਤੋਂ ਪ੍ਰਮਾਤਮਾ ਨੇ ਉਹਨੂੰ ਬਣਾਤਾ। ਜਿਹੜੀਆਂ ਬੈਡ ਹੈਬਿਟਸ ਨੇ ਉਹ ਨਜ਼ਰ ਅੰਦਾਜ਼ ਕਰੀਆਂ ਜਾ ਸਕਦੀਆਂ ਸੀਗੀਆਂ, ਪਰ ਉਹਨਾਂ ਨੂੰ ਕੀ ਕਰਿਆ ਗਿਆ? ਹਾਈਲਾਈਟ ਕਰਿਆ ਗਿਆ। ਤੇ ਜਿਹੜੀਆਂ ਚੰਗੀਆਂ ਸੀਗੀਆਂ ਉਹਨਾਂ ਨੂੰ ਲੁਕੋ ਦਿੱਤਾ ਗਿਆ, ਹਾਈਡ ਕਰ ਦਿੱਤਾ ਗਿਆ ਵੀ ਹੋਣਗੀਆਂ, ਪਰ ਆ ਤਾਂ ਇਹਦੀ ਆਦਤ ਹੈ, ਇਹਦੇ ਕਰਕੇ ਆ ਕੁਝ ਹੁੰਦਾ। ਤੇ ਦੋਨਾਂ ਨੂੰ ਨਾ ਇੱਕ ਗੱਲ ਸਮਝਣੀ ਚਾਹੀਦੀ ਹੈ, ਵਿਆਹ ਤੋਂ ਪਹਿਲਾਂ ਦਾ ਲਾਈਫ ਸਟਾਈਲ ਟੋਟਲੀ ਡਿਫਰੈਂਟ ਹੈ, ਕਿਉਂਕਿ ਉਦੋਂ ਕੋਈ ਰਿਸਪੌਂਸਿਬਿਲਟੀ ਵੀ ਨਹੀਂ, ਕਿਸੇ ਨੈਕਸਟ ਤੁਹਾਡੇ ਪਾਰਟਨਰ ਦੀ ਕੋਈ ਜ਼ਿੰਮੇਵਾਰੀ, ਤੁਹਾਡਾ ਪਾਰਟਨਰ ਹੀ ਨਹੀਂ ਤੁਹਾਡੇ ਨਾਲ ਹੈਗਾ, ਤੁਹਾਨੂੰ ਪਤਾ ਕਿਵੇਂ ਲੱਗੂ ਵੀ ਇਹਨੂੰ ਕਿਵੇਂ ਹੈਂਡਲ ਕਰਨਾ, ਕੀ ਇਹਦੀਆਂ ਇਮੋਸ਼ਨਸ ਨੇ, ਕੀ ਡਿਜ਼ਾਇਰਸ ਨੇ, ਜਾਂ ਉਹ ਤੋਂ ਬਾਅਦ ਤੁਸੀਂ ਆਪਣੇ ਬਿਹੇਵੀਅਰ 'ਚ ਕੀ ਚੇਂਜ ਲੈ ਕੇ ਆਉਣਾ ਕਿਸੇ ਦੇ ਪ੍ਰਤੀ। ਸੋ ਤਾਂ ਹੀ ਕਹਿੰਦੇ ਆ ਵੀ ਜਿਹੜਾ ਵਿਆਹ ਹੈ ਨਾ, ਉਹ ਖੇਡ ਨਹੀਂ ਪਈ ਹੈਗੀ।
ਅਸੀਂ ਮਜ਼ਾਕ ਕਰਦੇ ਹਾਂ, ਹਾਸੇ ਕਰਦੇ ਇਹਦੇ ਉੱਤੇ ਵੀ ਵਿਆਹ ਹੋ ਜਾਣਾ, ਹੁਣ ਦੇਖੀ ਤੈਨੂੰ ਫੇਰ ਪਤਾ ਲੱਗੂਗਾ, ਪਰ ਨਹੀਂ, ਅਸਲ ਦੇ ਵਿੱਚ ਕੁਦਰਤ ਨੇ ਬਹੁਤ ਸੋਹਣਾ ਸੰਜੋਗ ਬਣਾਇਆ। ਇਹ ਦੋ ਜੂਨਾਂ ਦੇ ਲਈ, ਇੱਕ ਫੀਮੇਲ ਹੈ ਤੇ ਇੱਕ ਮੇਲ ਹੈ, ਇਹਨਾਂ ਨੂੰ ਰਹਿਣਾ ਸਿਖਾਇਆ ਵੀ ਤੁਸੀਂ ਆਪਸ 'ਚ ਰਹਿਣਾ ਕਿਵੇਂ ਹੈ। ਕਿਉਂਕਿ ਜਿਹੜਾ ਹਸਬੈਂਡ ਵਾਈਫ ਦੀ ਟਿਊਨਿੰਗ ਬਹੁਤ ਵਧੀਆ ਨਾ, ਉਹਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਕਿਉਂਕਿ ਸਮਾਜ ਨੂੰ ਦੇਣ ਪਤਾ ਕਿਉਂ ਵੱਡੀ ਹੈ? ਐਕਚੁਅਲ ਦੇ ਵਿੱਚ ਉਹਦਾ ਬਿਹੇਵੀਅਰ ਜਿਹੜਾ ਬੜਾ ਪੋਲਾਈਟ ਤੇ ਕਾਈਂਡ ਹੋਊਗਾ, ਉਹਦਾ ਵੀ ਚੰਗਾ ਸੁਭਾਅ ਹੈ, ਮਿੱਠਾ ਸੁਭਾਅ, ਜਿਹਨੂੰ ਵੀ ਮਿਲਦਾ ਚੰਗਾ ਹੀ ਮਿਲਦਾ ਹੋਣਾ। ਪਰ ਜਿਹੜੇ ਹਸਬੈਂਡ ਵਾਈਫ ਦਾ ਆਪਸ 'ਚ ਨਹੀਂ ਬਣਦੀ ਹੈਗੀ ਨਾ, ਹਮੇਸ਼ਾ ਛੇਤੀ ਇਰੀਟੇਟ ਹੁੰਦਾ, ਉਹਨਾਂ ਦਾ ਆਲਾ ਦੁਆਲਾ ਵੀ ਉਹਨਾਂ ਤੋਂ ਦੁਖੀ ਰਹਿੰਦਾ ਹੋਣਾ ਵੀ ਇਹਨਾਂ ਦਾ ਨਿੱਤ ਦਾ ਹੀ ਕੰਮ ਹੈ, ਉਹੀ ਮਾੜੀ ਮਾੜੀ ਗੱਲ ਦੀ ਖਿਜੀ ਜਾਂਦਾ। ਸੋ ਤੁਹਾਡਾ ਬਿਹੇਵੀਅਰ, ਤੁਹਾਡੀ ਕੰਪੈਟੀਬਿਲਿਟੀ ਸਮਾਜ ਨੇ ਦੇਖਣੀ ਹੈ ਵੀ ਇਹ ਕਿਹੜੇ ਪੈਰਾਮੀਟਰਸ ਤੇ ਜ਼ਿੰਦਗੀ ਜੀ ਰਹੇ ਆ ਜੀ। ਤੇ ਤੁਸੀਂ ਦੇਖੋ, ਲਾਈਫ ਇਜ਼ ਅ ਵਨ ਟਾਈਮ ਚਾਂਸ ਹੈ, ਜ਼ਿੰਦਗੀ ਅਨਮੋਲ ਹੈ, ਦੁਬਾਰਾ ਨਹੀਂ ਮਿਲਣੀ। ਜੇ ਤੁਸੀਂ 15 ਸਾਲ ਆਪਣੇ ਕਲੇਸ਼ 'ਚ ਬਿਤਾ ਦਿੰਦੇ ਹੋ, ਉਹ ਤੋਂ ਬਾਅਦ ਜਾ ਕੇ ਤੁਸੀਂ ਡਾਈਵੋਰਸ ਲੈਂਦੇ ਹੋ, ਉਹ ਤੋਂ ਬਾਅਦ ਫਿਰ ਨਵੇਂ ਪਾਰਟਨਰ ਦੀ ਸਰਚ ਲਈ ਜਾਂਦੇ ਹੋ, ਲਾਈਫ ਰਹਿ ਕੀ ਗਈ ਪਿੱਛੇ ਤੁਹਾਡੀ? ਕਦੇ ਚੀਜ਼ਾਂ ਨੂੰ ਪ੍ਰੈਕਟੀਕਲ ਸੋਚਿਆ ਕਰੋ। ਪਰ ਤੁਸੀਂ ਆਪਣੇ ਆਪ ਦੱਸੋ, ਹਸਬੈਂਡ ਵਾਈਫ ਦੀ ਲੜਾਈ ਦੇ ਕੋਈ ਲੌਜਿਕ ਹੈਗੇ ਨੇ ਕਿਸੇ ਗੱਲ ਦੇ? ਬੇਤੁਕੇ ਗੱਲਾਂ ਦੇ ਉੱਤੇ ਉਹ ਲੜਨਗੇ, ਬੇਤੁਕੀਆਂ ਗੱਲਾਂ, ਇਲੌਜੀਕਲ। ਅੱਜ ਬਹਿ ਕੇ ਸੋਚ ਕੇ ਦੇਖ ਲਓ ਵੀ ਸਾਡੀ ਜੇ ਕੱਲ ਲੜਾਈ ਹੋਈ ਤੇ ਕਿਹੜੀ ਗੱਲ ਤੇ ਹੋਈ ਸੀ, ਜਦ ਕਿ ਉਹਨੂੰ ਇਗਨੋਰ ਵੀ ਕਰਿਆ ਜਾ ਸਕਦਾ ਸੀਗਾ, ਪਰ ਅਸੀਂ ਇਗਨੋਰ ਨਹੀਂ ਕੀਤਾ, ਅਸੀਂ ਉਹਦੇ ਪਿੱਛੇ ਅੱਜ ਤੱਕ ਲੜਦੇ ਪਏ ਆ, 6 ਮਹੀਨੇ ਹੋ ਗਏ ਜੀ। ਸੋ ਇਹ ਚੀਜ਼ਾਂ ਨੂੰ ਛੱਡਿਆ ਜਾ ਸਕਦਾ, ਪਰ ਅਸੀਂ ਛੱਡਦੇ ਨਹੀਂ ਹੈਗੇ। ਲਾਈਫ ਦੇ ਵਿੱਚ ਜੀ ਗੱਲ ਤਾਂ ਕੋਈ ਵੀ ਹੈ, ਉਸ ਨੂੰ ਜਿੰਨਾ ਵਧਾਣਾ ਵਧਾ ਲਓ, ਜਿੰਨਾ ਲਿਮਿਟ ਹੀ ਨਹੀਂ ਹੈਗੀ। ਅੱਛਾ, ਜਿੱਥੇ ਅਸੀਂ ਭੈਣਾਂ ਦੀ ਗੱਲ ਕੀਤੀ, ਉੱਥੇ ਵੀਰਾਂ 'ਚ ਵੀ ਇਹ ਅਸੀਂ ਇੱਕ ਦਿੱਕਤ ਦੇਖਦੇ ਹਾਂ ਕਿ ਫੀਮੇਲਸ ਦੀ ਸੋਚਣੀ, ਉਹਨਾਂ ਦਾ ਰਹਿਣ ਸਹਿਣ ਬਹੁਤ ਸਾਡੇ ਤੋਂ ਅਲੱਗ ਹੁੰਦਾ। ਈਵਨ ਉਹਨਾਂ ਦੇ ਚੈਲੰਜਸ ਬਹੁਤ ਵੱਖਰੇ ਨੇ, ਔਰ ਸ਼ਾਇਦ ਮੇਲਸ ਦੇ ਉਨੇ ਚੈਲੰਜਸ ਨਹੀਂ ਹੁੰਦੇ, ਚਾਹੇ ਉਹ ਫਿਜ਼ੀਕਲੀ ਨੇ ਚਾਹੇ ਉਹ ਮੈਂਟਲੀ ਨੇ, ਉਨੇ ਨਹੀਂ ਹੁੰਦੇ। ਪਰ ਮੇਲਸ ਜਿਹੜੇ ਨੇ ਉਹ ਫੀਮੇਲਸ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਲੈਕ ਕਰਦੇ ਨੇ, ਔਰ ਜਿਨ੍ਹਾਂ ਦੇ ਵਿੱਚ ਇਹ ਚੀਜ਼ ਦੀ ਐਕਸੈਪਟੈਂਸ ਨਹੀਂ ਹੁੰਦੀ ਕਿ ਹਾਂ ਅਸੀਂ ਲੈਕ ਕਰਦੇ ਹਾਂ, ਉਹਨਾਂ ਦੇ ਡਿਸਪਿਊਟਸ ਜਿਹੜੇ ਆ ਜ਼ਿਆਦਾ ਰਹਿੰਦੇ ਨੇ। ਇਸ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਹਰ ਕਿਸੇ ਦਾ ਨਾ ਇੱਕ ਆਪਣਾ ਬਿਹੇਵੀਅਰ ਹੁੰਦਾ। ਦੇਖੋ, ਬੰਦੇ ਦੀ ਮੈਂ ਇੱਕ ਗੱਲ ਕਹਿਣਾ, ਬੰਦੇ ਨੂੰ ਨਾ, ਚਲੋ ਠੀਕ ਹੈ, ਇੱਕ ਮੈਂਟਲ ਸਟ੍ਰੈਸ ਹੋ ਸਕਦਾ, ਉਹ ਬਿਜ਼ਨਸ ਕਰਦਾ, ਜੌਬ ਕਰਦਾ, ਉਹਦਾ ਐਟਮੋਸਫੇਅਰ ਨਹੀਂ ਵਧੀਆ, ਪਰ ਜਿਹੜੀ ਔਰਤ ਹੈ ਨਾ, ਔਰਤ, ਉਹਨੂੰ ਫਿਜ਼ੀਕਲ ਤੇ ਮੈਂਟਲ ਸਟ੍ਰੈਸ ਦੋਨੋਂ ਹੀ ਹੈ। ਕਿਉਂਕਿ ਦੇਖੋ, ਇੱਕ ਨਾ ਔਰਤ ਦਾ ਪੀਰੀਅਡ ਸਰਕਲ ਚੱਲਦਾ, ਹਰ ਮਹੀਨੇ 5 ਦਿਨ ਲਈ ਪੀਰੀਅਡਸ ਆਉਂਦੇ ਆ। ਪ੍ਰੈਕਟੀਕਲ ਸੋਚਿਓ ਚੀਜ਼ਾਂ, ਉਹ ਜਿਹੜੇ 5 ਦਿਨ ਆ ਨਾ, ਜਿਵੇਂ ਆਪਾਂ ਨਿੰਬੂ ਨਿਚੋੜਦੇ ਆ ਨਾ, ਉਹ ਸਰੀਰ ਨੂੰ ਐਦਾਂ ਨਿਚੋੜ ਦਿੰਦਾ। ਉਹ 5 ਦਿਨ ਜਦੋਂ ਫਸਟ ਡੇ ਤੋਂ ਸ਼ੁਰੂ ਹੋਣਾ ਨਾ, 2 ਦਿਨ ਪਹਿਲਾਂ ਤੋਂ ਹੀ ਫੀਮੇਲ ਸਟ੍ਰੈਸ 'ਚ ਜਾਣਾ ਸ਼ੁਰੂ ਹੋ ਜਾਂਦੀ ਹੈ ਵੀ ਮੇਰੇ ਹੁਣ 5 ਦਿਨ ਕਿਵੇਂ ਲੰਘਣਗੇ। ਤੇ ਜਦੋਂ 5 ਦਿਨ ਤੋਂ 2 ਦਿਨ ਪਹਿਲਾਂ 7 ਦਿਨ ਹੋ ਗਏ, ਤੇ 5 ਦਿਨ ਤੋਂ 2 ਦਿਨ ਬਾਅਦ ਹੋਰ 9 ਦਿਨ ਹੋ ਗਏ। ਹੁਣ 1 ਮਹੀਨੇ ਦੇ ਵਿੱਚੋਂ 9 ਦਿਨ ਉਹ ਫਿਜ਼ੀਕਲੀ ਸਟਰਗਲ ਕਰਦੀ ਹੈ ਤੇ ਮੈਂਟਲੀ ਸਟਰਗਲ ਕਰਦੀ ਹੈ, ਤੇ ਪਿੱਛੇ ਰਹਿ ਗਏ 21 ਦਿਨ। ਹੁਣ ਉਹ 21 ਦਿਨਾਂ ਦੇ ਵਿੱਚ ਘਰ ਦੇ ਹੋਰ ਮਸਲੇ ਵੀ ਨੇ, ਫਿਰ ਉਹ ਮਸਲਿਆਂ ਕਰਕੇ ਗੱਲਾਂ ਹੋਰ ਵੀ ਵੱਧਦੀਆਂ ਨੇ। ਸੋ ਸਭ ਤੋਂ ਪਹਿਲਾਂ ਤਾਂ ਨਾ ਮੇਲ ਪਾਰਟਨਰ ਨੂੰ, ਆਪਣੇ ਫਿਜ਼ੀਕਲ ਪਾਰਟਨਰ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਵੀ ਇਹਦੀਆਂ ਪ੍ਰੋਬਲਮਸ ਮੇਰੀਆਂ ਵਾਲੀਆਂ ਨਹੀਂ ਹੈਗੀਆਂ। ਇਹਨੂੰ ਸਰੀਰ ਨੂੰ ਹਰ ਮਹੀਨੇ ਨੂੰ ਪ੍ਰੋਬਲਮ ਆਉਣੀ ਹੈ, ਜਿਹਦੇ ਕਰਕੇ ਇਹਨੂੰ ਇਰੀਟੇਸ਼ਨ ਵੀ ਹੋ ਸਕਦੀ ਹੈ, ਇਹ ਆਪਣੀ ਸੁਭਾਅ ਦੇ ਵਿੱਚ ਤਬਦੀਲੀ ਵੀ ਰੋਜ਼ ਆਉਂਦੀ ਹੈ ਇਹਦੇ। ਜਿੱਦਣ ਘਰ ਵਾਲਾ ਆਪਣੀ ਘਰ ਵਾਲੀ ਨੂੰ ਸਮਝਣ ਲੱਗ ਗਿਆ ਨਾ, ਉਹਦੀ ਕੇਅਰ ਕਰਨ ਲੱਗ ਗਿਆ, ਘਰ ਵਾਲੀ ਦਾ ਆਟੋਮੈਟਿਕ ਬਿਹੇਵੀਅਰ ਨੈਗੇਟਿਵ ਤੋਂ ਪੋਜ਼ਿਟਿਵ ਵੱਲ ਜਾਣ ਲੱਗ ਜਾਣਾ। ਇਹ ਗਰੰਟਡ ਥੈਰੇਪੀ ਹੈ ਇਹ। ਪਰ ਜਦੋਂ ਹਸਬੈਂਡ, ਜਦੋਂ ਘਰ ਵਾਲਾ ਆਪਣੀ ਘਰ ਵਾਲੀ ਨੂੰ ਹਮੇਸ਼ਾ ਡੀਮੋਰਲਾਈਜ਼ ਕਰਦਾ ਨਾ, ਉਹਨੂੰ ਡੀਗ੍ਰੇਡ ਕਰਦਾ ਹਰ ਚੀਜ਼ ਦੇ ਵਿੱਚ, ਤੂੰ ਕੁਝ ਨਹੀਂ ਕਰ ਸਕਦੀ, ਤੂੰ ਕਿਸੇ ਕੰਮ ਦੀ ਨਹੀਂ, ਤੇਰੇ ਤੋਂ ਆਹ ਨਹੀਂ ਹੁੰਦਾ, ਤੇਰੇ ਤੋਂ ਉਹ ਨਹੀਂ ਹੁੰਦਾ, ਸੋ ਇਹਦੇ ਵਿੱਚ ਦੁਨੀਆ ਦਾ ਕੋਈ ਵੀ ਇਨਸਾਨ ਆਪਣੀ ਗਰੋਥ ਨਹੀਂ ਕਰ ਸਕਦਾ। ਸੋ ਇਹ ਚੀਜ਼ਾਂ ਬੜੀਆਂ ਸੋਚਣ ਤੇ ਸਮਝਣ ਦੀ ਜ਼ਰੂਰਤ ਹੈ। ਮੈਂ ਤਾਂ ਖੁਦ ਕਹਿਣਾ ਵੀ ਵਿਆਹ ਤੋਂ ਪਹਿਲਾਂ ਇੱਕ ਪ੍ਰੀ ਮੈਰਿਟਲ ਕਾਉਂਸਲਿੰਗ ਸੈਸ਼ਨ ਸ਼ੁਰੂ ਕਰਿਆ ਸੀ ਵੀ ਜੇ ਤੁਸੀਂ ਕਮਿਟਡ ਹੋ, ਵਿਆਹ ਹੋਣ ਲੱਗਿਆ, ਐਨਗੇਜਡ ਹੋ, ਤੁਸੀਂ ਪਹਿਲਾਂ ਕਾਉਂਸਲਿੰਗ ਕਰਾਓ ਆਪਣੀ, ਕਿਉਂਕਿ ਵਿਆਹ ਤੋਂ ਬਾਅਦ ਦੇ ਜਿਹੜੇ ਕਨਸੈਪਟ ਹੈ ਤੁਹਾਨੂੰ ਜੇ ਸਮਝ ਆ ਗਿਆ ਅੱਜ, ਤੁਹਾਡੀ ਲਾਈਫ ਬਹੁਤ ਵਧੀਆ ਤੇ ਸਕੂਨ ਦੀ ਜੀ ਸਕਦੇ ਹੋ। ਹੁਣ ਜਿਹੜੀਆਂ ਪ੍ਰੋਬਲਮਸ ਹੁਣ ਵਿਆਹ ਤੋਂ ਬਾਅਦ ਕ੍ਰੀਏਟ ਹੋ ਚੁੱਕੀਆਂ, ਉਹ ਇੱਕ ਦਿਨ 'ਚ ਤਾਂ ਨਹੀਂ ਹੋਈਆਂ, ਉਹ ਹੁੰਦੀਆਂ ਬਿਲਡਅਪ ਹੋਣੀਆਂ ਸ਼ੁਰੂ ਹੋਈਆਂ ਸੀਗੀਆਂ ਉਹ। ਪਰ ਜਦੋਂ ਉਹੀ ਚੀਜ਼ਾਂ ਤੋਂ ਅਸੀਂ ਸ਼ੁਰੂਆਤ 'ਚ ਹੀ ਜੇ ਰੋਕ ਲਈਏ ਤਾਂ ਇੰਨੀ ਤੇ ਪ੍ਰੋਬਲਮ ਡਾਈਵੋਰਸ ਤੱਕ ਜਾਵੇ ਹੀ ਨਾ। ਡਾਈਵੋਰਸ, ਦੇਖੋ, ਡਾਈਵੋਰਸ ਉਹ ਸਰਕਮਸਟੈਂਸਸ 'ਚ ਲੈਣਾ ਚਾਹੀਦਾ ਜਿੱਥੇ ਫਿਜ਼ੀਕਲ ਅਸੌਲਟ ਹੋਵੇ, ਕੁੱਟਿਆ ਮਾਰਿਆ ਜਾਂਦਾ ਪਿਆ, ਉੱਥੇ ਮੈਂ ਮੰਨਦਾ। ਪਰ ਜੇ ਕਹੋ ਜੀ ਗੱਲਾਂ ਬਾਤਾਂ ਤੱਕ ਹੀ ਰੌਲਾ ਰਹਿ ਗਿਆ ਬਸ ਵੀ ਤਾਂ ਡਾਈਵੋਰਸ ਲੈ ਲੈ, ਮੇਰੀ ਬਣਦੀ ਨਹੀਂ ਸੀ ਕਿ ਮੇਰਾ ਆਹ ਸੀਗਾ, ਫਿਰ ਤਾਂ ਜੀ ਦੇਖੋ ਤੁਸੀਂ ਮੂਰਖਤਾ ਕਰ ਰਹੇ ਹੋ।
ਜੀ ਡਿਸਪਿਊਟ ਕਿੱਥੇ ਨਹੀਂ ਹੁੰਦੇ, ਸੋਲੂਸ਼ਨ ਹਰ ਚੀਜ਼ ਦਾ ਹੈਗਾ। ਸੋਲੂਸ਼ਨ ਵੀ ਤੁਹਾਡੇ ਕੋਲ ਹੀ ਹੈ, ਬਾਹਰ ਕਿਸੇ ਕੋਲ ਨਹੀਂ ਹੈਗਾ। ਤੁਸੀਂ ਆਪ ਸੋਲੂਸ਼ਨ ਕੱਢਣਾ, ਆਪ ਕੰਪੈਟੀਬਿਲਿਟੀ ਲੈ ਕੇ ਆਉਣੀ ਹੈ ਆਪਣੇ ਅੰਦਰ, ਆਪਣੇ ਆਪ ਨੂੰ ਆਪ ਐਕਸੈਪਟ ਕਰਨਾ ਦੋਨਾਂ ਨੇ। ਜੀ ਬਿਲਕੁਲ, ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਰਣਦੀਪ ਸਿੰਘ ਜੀ ਤੋਂ ਸੁਝਾਅ ਲੈ ਰਹੇ ਹਾਂ, ਜਿਹੜੇ ਕਿ ਸੁਝਾਅ ਤੁਹਾਨੂੰ ਡਾਈਵੋਰਸ ਵੱਲ ਜਾਣ ਤੋਂ ਪਹਿਲਾਂ ਹੀ ਜਿਹੜੇ ਨੇ ਕਿਉਰ ਕਰਦੇ ਨੇ, ਬਚਾ ਲੈਂਦੇ ਨੇ, ਤੁਹਾਨੂੰ ਸੇਫ ਕਰ ਲੈਂਦੇ ਨੇ। ਜੇ ਇਹਨਾਂ ਚੀਜ਼ਾਂ ਨੂੰ ਸਮਝ ਲਿਆ ਜਾਵੇ ਤਾਂ ਉੱਥੇ ਤੱਕ ਪਹੁੰਚ ਨਹੀਂ ਹੁੰਦੀ। ਅਸੀਂ ਆਮ ਤੌਰ ਦੇ ਉੱਤੇ ਇੱਕ ਦੇਖਦੇ ਹਾਂ ਚੀਜ਼ ਵੀ ਸਾਡੇ ਸਮਾਜ ਦਾ ਹੀ ਇਹ ਹਿੱਸਾ ਹੈ ਕਿ ਜਦੋਂ ਕਿਸੇ ਦਾ ਵਿਆਹ ਹੁੰਦਾ ਉਹਨਾਂ ਦੇ ਉੱਤੇ ਸੋਸ਼ਲੀ ਵੀ ਦਬਾਅ ਹੁੰਦਾ, ਉਹ ਮੈਂਟਲੀ ਵੀ ਦਬਾਅ ਹੁੰਦਾ ਜੀ, ਹੁਣ ਅਸੀਂ ਸਾਡੇ ਬੱਚਾ ਹੋ ਜਾਣਾ ਚਾਹੀਦਾ ਹੈ। ਵਿਆਹ ਵੇਲੇ ਹੀ ਕਈ ਤਾਂ ਲੋਕ ਇੰਨੇ ਜ਼ਿਆਦਾ ਮਤਲਬ ਰਿਸ਼ਤੇਦਾਰ ਜਾਂ ਫੈਮਿਲੀ ਦੇ ਮੈਂਬਰਸ ਇੰਨੇ ਕਾਲੇ ਹੁੰਦੇ ਨੇ ਕਿ ਬਸ ਜੀ ਹੁਣ ਵਿਆਹ ਹੋ ਗਿਆ, ਘਰ ਵੜਦੇ ਹੀ ਉਹਨਾਂ ਨੂੰ ਪਹਿਲਾਂ ਇਹੀ ਕਿਹਾ ਜਾਂਦਾ ਕਿ ਜੀ ਹੁਣ ਤਾਂ ਫਟਾਫਟ ਪੋਤਾ ਦੇ ਦਿਓ। ਖੈਰ ਮੈਨੂੰ ਤਾਂ ਆਹ ਲਾਈਨ ਵੀ ਜਿਹੜੀ ਹੈ ਕਈ ਵਾਰੀ ਬੜੀ ਜ਼ਿਆਦਾ ਚੁਭਦੀ ਹੈ ਕਿ ਪੋਤਾ ਦੇ ਦਿਓ, ਕਿ ਪੋਤਾ ਹੀ ਕਿਉਂ ਚਾਹੀਦਾ, ਕੁੜੀ ਹੋ ਗਈ ਤਾਂ ਕੀ ਉਹ ਰੱਬ ਦੀ ਦੇਣ ਨਹੀਂ ਹੈਗੀ ਕਿ ਉਸ ਨੂੰ ਤੁਸੀਂ ਐਕਸੈਪਟ ਨਹੀਂ ਕਰਦੇ। ਕਈ ਲੋਕ ਇੱਕ ਮੈਨੂੰ ਮਾੜਾ ਲੱਗਦਾ ਇੱਕ ਸ਼ਬਦ ਵਰਤਦੇ ਨੇ ਕਿ ਚੰਗੀ ਚੀਜ਼ ਹੋ ਗਈ ਜਦੋਂ ਮੁੰਡਾ ਹੁੰਦਾ, ਤਾਂ ਕੀ ਕੁੜੀ ਮਾੜੀ ਚੀਜ਼ ਹੁੰਦੀ ਹੈ? ਖੈਰ ਇਹ ਇੱਕ ਵੱਖਰਾ ਟੌਪਿਕ ਹੈ, ਪਰ ਇਹ ਦਬਾਅ ਜਿਹੜਾ ਹੈਗਾ ਉਹ ਉਹਨਾਂ ਨੂੰ ਆਪਸ ਦੇ ਵਿੱਚ ਹਜੇ ਰਲਣ ਮਿਲਣ ਨਹੀਂ ਦਿੰਦਾ, ਆਪਸ ਦੇ ਵਿੱਚ ਸਮਾਂ ਨਹੀਂ ਬਤੀਤ ਕਰਨ ਦਿੰਦਾ। ਉਹ ਫੈਮਿਲੀ ਦੇ ਵਿੱਚ ਆ ਜਾਂਦੇ ਨੇ ਤੇ ਜਦੋਂ ਬੱਚਾ ਹੁੰਦਾ ਉਸ ਤੋਂ ਬਾਅਦ ਲਾਈਫ ਹੋਰ ਚੇਂਜ ਹੁੰਦੀ ਹੈ, ਤਾਂ ਉਹ ਜਿਹੜੇ ਚੈਲੰਜਸ ਨੇ ਉਹ ਕਈ ਵਾਰ ਨਹੀਂ ਸਹਿ ਪਾਉਂਦੇ। ਤਾਂ ਇਹਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ, ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਫਿਰ ਤਾਂ ਮੈਂ ਇੱਕੋ ਹੀ ਐਡਵਾਈਸ ਕਰਦਾ ਅੱਜ ਕੱਲ੍ਹ ਨਿਊ ਜਨਰੇਸ਼ਨ ਨੂੰ ਵੀ ਤੁਸੀਂ ਨਾ 2 ਸਾਲ ਬੱਚਾ ਪਲਾਨ ਨਾ ਕਰੋ। ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਵੀ ਪਹਿਲਾਂ ਤੁਸੀਂ ਆਪਣੇ ਆਪ ਦੋਨੇ ਆਪਣੇ ਆਪ ਜੋਗੇ ਹੋ ਜਾਓ, ਇੱਕ ਦੂਸਰੇ ਨੂੰ ਇੰਨੇ ਨੇੜੇ ਆ ਜਾਓ ਵੀ ਕੱਲ੍ਹ ਨੂੰ ਕੋਈ ਕਿਸੇ ਵੀ ਤਰ੍ਹਾਂ ਦੇ ਡਿਸਪਿਊਟਸ ਜਾਂ ਡਿਫਰੈਂਸਿਸ ਪੈਦਾ ਹੀ ਨਾ ਹੋਣ। ਕਿਉਂਕਿ ਮੈਂ ਦੇਖੋ ਇੰਨੇ ਕੇਸ ਦੇਖੇ ਆ ਕਚਹਿਰੀਆਂ ਦੇ ਵਿੱਚ, ਸਾਲ 2-2 ਸਾਲ ਦਾ ਬੱਚਾ ਚੱਕੀ ਮਾਂ ਕਚਹਿਰੀ ਤਰੀਕਾਂ ਭੁਗਤਣ ਜਾਂਦੀ ਹੈ ਵੀ ਸਾਡਾ ਡਿਵੋਰਸ ਕੇਸ ਚੱਲਦਾ ਪਿਆ, ਤੇ 5-6 ਸਾਲ ਤੱਕ ਕੇਸ ਚੱਲਦਾ ਰਹਿੰਦਾ। 6 ਸਾਲ ਦਾ ਬੱਚਾ ਹੋ ਜਾਂਦਾ, 7 ਸਾਲ ਦਾ ਬੱਚਾ ਹੋ ਜਾਂਦਾ, ਤੇ ਉਹ ਤੋਂ ਬਾਅਦ ਉਹਦੀ ਵੀ ਲਾਈਫ ਖਰਾਬ, ਬੱਚੇ ਦੀ ਵੀ, ਕਿ ਉਹਨੂੰ ਪਿਓ ਦਾ ਪਿਆਰ ਨਹੀਂ ਮਿਲਿਆ ਜਾਂ ਉਹਨੂੰ ਆਪਣੇ ਮਾਤਾ ਪਿਤਾ ਦੋਨਾਂ ਦਾ ਹੀ ਸਤਿਕਾਰ ਪਿਆਰ ਨਹੀਂ ਮਿਲਿਆ। ਕਿਉਂਕਿ ਜਦੋਂ ਇਕੱਠੇ ਰਹਿੰਦੇ ਉਦੋਂ ਗੱਲਾਂ ਹੋਰ ਹੁੰਦੀਆਂ ਨੇ, ਜਦੋਂ ਤੁਸੀਂ ਵੱਖ ਹੋ ਜਾਂਦੇ ਆ ਨਾ ਫਿਰ ਤੁਸੀਂ ਸਮਝ ਨਹੀਂ ਸਕਦੇ ਉਹਨਾਂ ਤੇ ਕੀ ਬੀਤਦੀ ਹੈ ਜੋ ਇਹ ਹਾਲ ਚੱਲਦੇ ਪਏ ਨੇ। ਔਰ ਬੱਚੇ ਤੇ ਇਹਦਾ ਪ੍ਰਭਾਵ ਪਏਗਾ ਹੀ ਪਏਗਾ 100%। ਬੱਚੇ ਨੇ ਡਿਪਰੈਸ਼ਨ 'ਚ ਜਾਣਾ ਹੀ ਜਾਣਾ, ਕਿਉਂਕਿ ਇੱਕ ਬੱਚੇ ਦੀ ਮੈਂ ਕਾਉਂਸਲਿੰਗ ਕਰਨ ਗਿਆ, ਉਹਦੇ ਪਾਪਾ ਨੇ ਜਦੋਂ ਉਹ 2 ਸਾਲ ਦੀ ਸੀਗੀ ਬੇਟੀ ਤਾਂ ਉਹਦੇ ਮਾਪਿਓ ਦਾ ਡਿਵੋਰਸ ਹੋ ਗਿਆ, ਤੇ ਉਹ ਜਦੋਂ ਹੁਣ ਸਕੂਲ ਜਾਂਦੀ ਹੈ ਨਾ ਉਹ ਦੇਖਦੀ ਹੈ ਪੇਰੈਂਟਸ ਮੀਟਿੰਗ ਤੇ ਵੀ ਉਹਦੇ ਵੀ ਪਾਪਾ ਆਏ ਆ, ਉਹਦੇ ਪਾਪਾ ਉਹਦੇ ਲਈ ਆਹ ਕਰ ਰਹੇ ਆ। ਕਈ ਬੱਚੇ ਦੱਸਣਗੇ ਵੀ ਮੇਰੇ ਪਾਪਾ ਅੱਜ ਉੱਥੇ ਗਏ ਸੀਗੇ, ਮੇਰੇ ਲਈ ਆਹ ਚੀਜ਼ਾਂ ਲੈ ਕੇ ਆਏ ਆ। ਜਦੋਂ ਇਹ ਵਰਡ ਤੁਸੀਂ ਕਈ ਸਾਲ ਲਗਾਤਾਰ ਸੁਣਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਮੇਰੇ ਪਾਪਾ ਨੇ ਤਾਂ ਆਉਣਾ ਹੀ ਨਹੀਂ, ਨਾ ਮੇਰੇ ਲਈ ਉਹ ਕੁਝ ਕਰ ਸਕਦੇ ਆ। ਸੋ ਉਹਨੇ ਨਾ ਫਿਰ ਹੌਲੀ ਹੌਲੀ ਸਮਾਜ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਲੈਣਾ, ਉਹ ਡਿਪਰੈਸ਼ਨ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦੇਣਾ। ਸੋ ਹੁਣ ਦੇਖੋ ਉਹ 2 ਸਾਲ ਦੇ ਟਾਈਮ ਪੀਰੀਅਡ 'ਚ ਉਸ ਬੱਚੇ ਦੇ ਪੇਰੈਂਟਸ ਦਾ ਡਿਵੋਰਸ ਹੋ ਗਿਆ। ਤੇ ਮੈਂ ਫਿਰ ਅੱਜ ਇਹੀ ਕਹਿਣਾ ਵੀ ਅੱਜ ਦਾ ਸਮਾਂ ਇਹ ਆ ਗਿਆ ਵੀ ਸਮੇਂ ਦੇ ਮੁਤਾਬਕ ਆਪਣੇ ਡਿਸੀਜਨਸ ਨੂੰ ਚੇਂਜ ਕਰੀ ਥੋੜਾ ਜਿਹਾ। ਇੰਸਟੈਂਟਲੀ ਬੇਬੀ ਪਲਾਨ ਤਾਂ ਕਰੋ ਜੇ ਸਾਰਾ ਮਾਹੌਲ ਠੀਕ ਹੈ। ਜੇ ਤੁਹਾਨੂੰ ਲੱਗਦਾ ਹੀ ਹੈ ਵੀ ਥੋੜੀ ਦੋਨਾਂ ਦੀ ਨੇਚਰ ਹੀ ਨਹੀਂ ਵਧੀਆ, 6 ਮਹੀਨੇ ਦਾ ਘੱਟੋ ਘੱਟ ਗੈਪ ਦਿਓ, ਸਾਲ ਦਾ ਦਿਓ, 2 ਸਾਲ ਤਾਂ ਮੈਂ ਕਹਿਣਾ ਹੀ ਹੈ। ਬਾਕੀ ਦੇਖੋ ਮੇਰੇ ਕਹਿਣ ਤੇ ਹੀ ਨਾ ਚਲੇ ਜਾਈਓ, ਤੁਹਾਡੇ ਘਰ ਦੇ ਮਾਹੌਲ ਬਹੁਤ ਵਧੀਆ ਵੀ ਹੋ ਸਕਦੇ ਆ, ਪਰ ਜੇ ਤੁਸੀਂ ਵੱਡੇ ਮੈਟਰੋਪੋਲੀਟਨ ਸਿਟੀਜ਼ 'ਚ ਰਹਿੰਦੇ ਹੋ, ਜੌਬ ਕਰਦੇ ਹੋ ਦੋਨੋਂ ਜਾਣੇ, ਤੇ ਜੇ ਬਹੁਤ ਹਾਰਡ ਲਾਈਫ ਹੈ ਤੁਹਾਡੀ, ਤਾਂ ਤੁਹਾਨੂੰ ਇਹ ਚੀਜ਼ਾਂ ਬਾਰੇ ਜ਼ਰੂਰੀ ਹੈ ਸੋਚਣਾ ਸੀਰੀਅਸ ਹੋ ਕੇ। ਕਿਉਂਕਿ ਮੈਂ ਨਹੀਂ ਚਾਹੁੰਦਾ ਤੁਸੀਂ ਲਾਈਫ 'ਚ ਰੁਲੋ ਕਦੇ, ਕਿਉਂਕਿ ਰੁਲਣਾ ਜ਼ਿੰਦਗੀ ਬਤੀਤ ਕਰਨੀ ਨਰਕਾਂ ਤੋਂ ਘੱਟ ਨਹੀਂ ਹੈਗੀ। ਸੋ ਵਾਈਸ ਡਿਸੀਜਨਸ ਲਓ, ਰੋਂਗ ਪਾਸੇ ਨੂੰ ਆਪਾਂ ਨੂੰ ਜਾਣ ਦੀ ਲੋੜ ਹੀ ਨਾ ਪਵੇ। ਔਰ ਜਿੱਥੇ ਅਸੀਂ ਕੁਦਰਤ ਦੀ ਗੱਲ ਕਰੀਏ ਨਾ, ਤਾਂ ਕੁਦਰਤ ਨੇ ਮਾਂ-ਬਾਪ ਦੋਨੋਂ ਬੱਚੇ ਦੇ ਲਈ ਠਹਿਰਾਏ ਨੇ, ਤੇ ਉਹ ਜੇ ਕਮੀ ਅਸੀਂ ਕਹੀਏ ਵੀ ਅਸੀਂ ਪੈਸੇ ਨਾਲ ਪੂਰੀ ਕਰ ਲਾਂਗੇ, ਵੀ ਜੇ ਮਦਰ ਦੇ ਕੋਲ ਚੰਗਾ ਪੈਸਾ ਹੈਗਾ ਤੇ ਜਾਂ ਫਿਰ ਹਸਬੈਂਡ ਤੋਂ ਲੈ ਲਿਆ ਪੈਸਾ ਤੇ ਨਾਲ ਖੁਦ ਵੀ ਜੌਬ ਕਰਦੀ ਹੈ, ਉਹ ਸੋਚੇ ਕਿ ਸਿੰਗਲ ਮਦਰ ਹੋ ਕੇ ਮੈਂ ਬੱਚੇ ਨੂੰ ਚੰਗੀ ਪਰਵਰਿਸ਼ ਦੇ ਦਾਂਗੀ, ਚੰਗੀ ਜਗ੍ਹਾ ਤੇ ਪੜ੍ਹਾ ਲਾਂਗੀ, ਪਰ ਉਹ ਕਮੀ ਜਿਹੜੀ ਹੈ ਉਹ ਨਹੀਂ ਪੂਰੀ ਕਰ ਸਕੇਗੀ। ਔਰ ਸੇਮ ਫਾਦਰ ਦੇ ਲਈ ਵੀ ਹੈ, ਜੇ ਉਹ ਸੋਚੇ ਕਿ ਮੈਂ ਬੱਚਿਆਂ ਨੂੰ ਮਾਂ ਦਾ ਪਿਆਰ ਦੇ ਦੂੰਗਾ, ਕਦੇ ਵੀ ਨਹੀਂ ਹੋ ਸਕਦਾ। ਜੋ ਮਾਂ ਇਸ ਦੁਨੀਆ ਦੇ ਉੱਤੇ ਚੀਜ਼ ਬਣੀ ਹੈ ਉਹ ਕੋਈ ਬਣ ਹੀ ਨਹੀਂ ਸਕਦਾ। ਦੇਖੋ ਮਾਂ ਤਾਂ ਏਦਾਂ ਹੈ, ਹੁਣ ਬੱਚਿਆਂ ਨੇ ਸਵੇਰੇ ਸਕੂਲ ਜਾਣਾ, ਠੀਕ ਹੈ ਜੀ, ਮਾਂ ਨੇ ਰਾਤ ਨੂੰ ਹੀ ਪਲੈਨਿੰਗ ਸ਼ੁਰੂ ਕਰ ਦੇਣੀ ਵੀ ਮੈਂ ਸਵੇਰੇ ਬ੍ਰੇਕਫਾਸਟ 'ਚ ਕੀ ਦੇਵਾਂ ਇਹਨਾਂ ਨੂੰ, ਫਿਰ ਇਹਨਾਂ ਨੇ ਸਕੂਲ ਤੋਂ ਆਉਣਾ, ਫਿਰ ਉਸ ਟਾਈਮ ਇਹਨਾਂ ਨੂੰ ਖਾਣ ਲਈ ਕੀ ਦੇਵਾਂ ਮੈਂ। ਉਹ ਹਮੇਸ਼ਾ ਬੱਚੇ ਦੇ ਇੱਕ ਪਲ ਨੂੰ ਮੋਨੀਟਰ ਕਰਦੀ ਹੈ ਵੀ ਇਹਨੂੰ ਇਸ ਟਾਈਮ ਆਹ ਚੀਜ਼ ਦੀ ਜ਼ਰੂਰਤ ਹੈ, ਇਹਨੂੰ ਇਸ ਟਾਈਮ ਆਹ ਚੀਜ਼ ਦੀ ਜ਼ਰੂਰਤ ਹੈ। ਮਾਂ ਦਾ ਤਾਂ ਦੇਣ ਦੇ ਹੀ ਨਹੀਂ ਨਾ ਸਕਦੇ। ਹੁਣ ਜੇ ਆਪਾਂ ਪਿਓ ਦੀ ਗੱਲ ਕਰੀ, ਦੂਜੇ ਪਾਸੇ ਪਿਓ ਇਹ ਸੋਚਦਾ ਵੀ ਜੇ ਮੈਂ 10 ਸਾਲ ਬਾਅਦ ਇੰਨੀ ਤਰੱਕੀ ਕਰ ਦੇਵਾਂ ਵੀ ਆਪਣੇ ਬੱਚਿਆਂ ਨੂੰ ਇੱਦੀ ਲਗਜ਼ੂਰੀਅਸ ਲਾਈਫ ਦੇਵਾਂ ਤੇ ਉਹਨਾਂ ਨੂੰ ਕਿਸੇ ਤੱਤੀ ਵਾਹ ਵੀ ਨਾ ਲੱਗੇ, ਕਿਸੇ ਮਾੜੀ ਚੀਜ਼ ਮੂਹਰੇ ਕਿਸੇ ਦੇ ਅੱਗੇ ਹੱਥ ਨਾ ਅੱਡਣਾ ਪਵੇ।
ਪਿਓ ਵੀ ਹਰ ਵਕਤ ਬੱਚਿਆਂ ਬਾਰੇ ਸੋਚ ਕੇ ਆਪਦੀ ਮਿਹਨਤ ਨੂੰ ਰੰਗ ਲਾਉਂਦਾ, ਮਿਹਨਤ ਘੱਟ ਕਰੇ ਵੱਧ ਕਰੇ ਉਹਦੇ ਹੱਥ 'ਚ ਹੈ, ਪਰ ਸੋਚਦਾ ਉਹ ਬੱਚਿਆਂ ਲਈ ਵੀ, ਹੁਣ ਤਾਂ ਬੱਚਿਆਂ ਲਈ ਹੀ ਕਰਨਾ ਹੈ, ਆਪਣੀ ਜ਼ਿੰਦਗੀ ਤਾਂ ਲੰਘ ਗਈ। ਅਕਸਰ ਪੇਰੈਂਟਸ ਇਹ ਗੱਲਾਂ ਕਹਿੰਦੇ ਨੇ, ਪਰ ਜੇ ਕਰਨਾ ਹੀ ਬੱਚਿਆਂ ਲਈ ਹੈ ਫਿਰ ਤੁਸੀਂ ਆ ਲੜਾਈ ਕਿਉਂ ਕਰਨੀ ਹੈ? ਫਿਰ ਪਿਆਰ ਵੀ ਬੱਚਿਆਂ ਲਈ ਉਹ ਕਰੋ ਨਾ, ਆਪਸ 'ਚ ਇੱਕ ਦੂਸਰੇ ਦੇ ਲਈ। ਫਿਰ ਇੱਕ ਦੂਸਰੇ ਨੂੰ ਕੋਸਣਾ ਕਿਉਂ ਹੈ? ਕਿਹੜੀ ਗੱਲਾਂ ਤੇ ਕੋਸਣਾ ਹੈ? ਬੱਚੇ ਤਾਂ ਨਾ ਇੱਕ ਬ੍ਰਿਜ ਬਣੇ ਹੋਏ ਆ, ਬ੍ਰਿਜ ਕਨੈਕਸ਼ਨ ਨੇ। ਇਹ ਚੰਗੇ ਵੀ ਬਹੁਤ ਨੇ, ਸਾਡੇ ਰਿਲੇਸ਼ਨਸ਼ਿਪ ਨੂੰ ਖਰਾਬ ਕਰਨ ਤੋਂ ਬਚਾਉਂਦੇ ਨੇ ਇਹ। ਪਰ ਮੈਂ ਇਹ ਕਹਿਣਾ ਵੀ ਬੱਚਿਆਂ ਨੂੰ ਰੋੜੋ ਨਾ ਜੇ ਤੁਸੀਂ ਆਪਸ 'ਚ ਜੁੜ ਹੀ ਗਏ। ਜੀ ਡਾਈਵੋਰਸ ਤਾਂ ਇੱਕ ਬਹੁਤ ਵੱਡਾ ਕਰਸ ਹੈ ਸਮਾਜ ਦੇ ਲਈ, ਇਹ ਬਹੁਤ ਵੱਡਾ ਘਾਟਾ ਹੈ ਸਾਡੇ ਸਮਾਜ 'ਚ ਡਾਈਵੋਰਸ ਕੇਸਿਸ। ਇਹਨੂੰ ਤੁਸੀਂ ਗਰੋਥ ਨਹੀਂ ਕਹਿ ਸਕਦੇ, ਕਿਉਂਕਿ ਹੌਲੀ ਹੌਲੀ ਸਮਾਜ ਨੇ ਇਦਾਂ ਆ ਜਾਣਾ, ਵਿਆਹ ਕਰਾਉਣਾ ਛੱਡ ਦੇਣਾ ਗੋਰਿਆਂ ਵਾਂਗ। ਆਪਣੇ ਬੱਚੇ ਜਨਰੇਸ਼ਨਾਂ ਜਿਹੜੀਆਂ ਨੇ ਉਹ ਲਿਵ ਇਨ ਰਿਲੇਸ਼ਨਸ਼ਿਪ ਨੂੰ ਹੁਣ ਜ਼ਿਆਦਾ ਪ੍ਰੈਫਰ ਕਰਨ ਲੱਗੀ। ਵਿਆਹ ਕਰਾ ਕੇ ਕੀ ਕਰਨਾ, ਇਦਾਂ ਹੀ ਰਹੀ ਜਾਓ, ਕਿਉਂਕਿ ਗਲਤ ਪਹਿਚਾਣ ਬਣ ਗਈ। ਦੇਖੋ ਗਲਤ ਪਹਿਚਾਣ ਵੀ ਬਣ ਗਈ, ਨਾਲੇ ਨਾ ਪਤਾ ਕੀ ਹੈ, ਉਹ ਕਹਿੰਦੇ ਵੀ ਜਦ ਮਰਜ਼ੀ ਛੱਡ ਦੋ, ਵੀ ਜੇ ਵਿਆਹ ਕਰਾ ਲਿਆ ਫਿਰ ਬਾਉਂਡ ਹੋਣਾ ਪੈਣਾ, ਫਿਰ ਹੋਰ ਬਹੁਤ ਕੁਝ ਹੋ ਜਾਣਾ। ਉਹ ਵਿਆਹ ਨੂੰ ਨਾ ਇੱਕ ਉਹ ਸਮਝਣ ਲੱਗੇ ਬੋਝ ਬਹੁਤ ਵੱਡਾ, ਜਦ ਕਿ ਵਿਆਹ ਨਾ ਇੱਕ ਬਹੁਤ ਵਧੀਆ ਇੱਕ ਪ੍ਰਮਾਤਮਾ ਨੇ ਇੱਕ ਤਰੀਕਾ ਬਣਾਇਆ ਜ਼ਿੰਦਗੀ ਨੂੰ ਬਤੀਤ ਕਰਨ ਦਾ। ਇਹ ਗਲਤ ਨਹੀਂ ਹੈਗਾ, ਇਹ ਬਹੁਤ ਵਧੀਆ ਚੀਜ਼ ਹੈ। ਇਹ ਤੋਂ ਇਲਾਵਾ ਜੋ ਕੁਝ ਵੀ ਤੁਸੀਂ ਕਰ ਰਹੇ ਹੋ ਉਹ ਅਗੇਂਸਟ ਦੀ ਲਾਅ ਆਫ ਨੇਚਰ ਹੈ, ਬਸ ਇਹ ਗੱਲ ਸਮਝ ਲਓ ਤੁਸੀਂ। ਸਮੇਂ ਦੇ ਹਿਸਾਬ ਨਾਲ ਰਣਦੀਪ ਜੀ, ਮੈਂ ਤੁਹਾਡੇ ਤੋਂ ਕੁਝ ਸ਼ਬਦਾਂ ਦੇ ਵਿੱਚ ਇੱਕ ਇੰਪੋਰਟੈਂਟ ਗੱਲ ਜਿਹੜੀ ਪੁੱਛਣਾ ਚਾਹੁੰਦਾ, ਸਾਡੇ ਦਰਸ਼ਕਾਂ ਤੱਕ ਪਹੁੰਚੀ, ਉਹ ਇਹ ਹੈ ਕਿ ਹਾਲਾਂਕਿ ਸਰਕਮਸਟੈਂਸਸ ਹਰ ਕਿਸੇ ਦੀ ਲਾਈਫ 'ਚ ਡਿਫਰੈਂਟ ਹੋ ਸਕਦੇ ਨੇ, ਪਰ ਜੇਕਰ ਕੋਈ ਕਪਲ ਜਿਹੜਾ ਤਲਾਕ ਤੱਕ ਪਹੁੰਚ ਵੀ ਗਿਆ ਹੈ ਤਾਂ ਕੀ ਉਹ ਵੀ ਇਕੱਠਾ ਹੋ ਸਕਦਾ ਹੈ ਦੁਬਾਰਾ? ਬਿਲਕੁਲ। ਦੇਖੋ ਆਸਟ੍ਰੇਲੀਆ ਦਾ ਮੈਂ ਕੇਸ ਦੱਸਦਾ, ਸ਼ਾਰਟ ਦੇ ਵਿੱਚ ਦੱਸਦਾ। ਉਹਨਾਂ ਨੇ ਫੈਮਿਲੀ ਨੇ ਨਾ ਆਪਣਾ ਡਾਈਵੋਰਸ ਕੇਸ ਫਾਈਲ ਕਰਿਆ ਹੋਇਆ ਸੀ। ਉਹਨਾਂ ਨੇ ਜਦੋਂ ਮੈਨੂੰ ਅਪਰੋਚ ਕਰਿਆ ਤੇ ਮੈਂ 3 ਸੈਸ਼ਨ ਲਏ ਸੀਗੇ, 3 ਸੈਸ਼ਨ ਤੋਂ ਬਾਅਦ ਉਹਨਾਂ ਨੇ ਮੈਂ ਫਾਈਲ ਕੇਸ ਵਿਡਰੋ ਕਰਾ ਲਿਆ ਸੀ, ਡਾਈਵੋਰਸ ਕੇਸ। ਤੇ ਮੈਂ ਉਹਨਾਂ ਨੇ ਇੱਕ ਗੱਲ ਕਹੀ, ਮੈਂ ਕਿਹਾ ਜ਼ਿੰਦਗੀ 'ਚ ਕੁਝ ਵੀ ਹੋ ਜਾਵੇ, ਜੋ ਤੇ ਤੁਸੀਂ ਮਿਲੇ ਹੋ ਆਪਸ ਦੇ ਵਿੱਚ, ਸਿਰਫ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਰਿਗਾਰਡ ਕਰੋ, ਰਿਸਪੈਕਟ ਕਰੋ। ਇੰਨੀ ਉਹ ਚੀਜ਼ ਮੰਗਦਾ ਰਿਲੇਸ਼ਨਸ਼ਿਪ, ਇਹ ਤੋਂ ਵੱਧ ਕੇ ਨਹੀਂ ਕੁਝ ਮੰਗਦਾ। ਰਿਸਪੈਕਟ, 2 ਮਿੱਠੇ ਬੋਲ ਪਿਆਰ ਦੇ ਮੰਗਦਾ ਉਹ। ਰੂਡ ਬਿਹੇਵੀਅਰ ਤਾਂ ਕਿਤੇ ਵੀ ਐਕਸੈਪਟੇਬਲ ਨਹੀਂ ਨਾ ਹੈਗਾ, ਫਿਰ ਤੁਸੀਂ ਕਿਉਂ ਬੋਲਦੇ ਇੱਕ ਦੂਸਰੇ ਨੂੰ? ਜੀ ਮੈਨਰਸ ਹੋਣੇ ਚਾਹੀਦੇ ਆ, ਆਪਣੇ ਆਪ ਸਾਰੀਆਂ ਚੀਜ਼ਾਂ ਲਾਈਨ ਅਪ ਹੁੰਦੀਆਂ ਚਲੇ ਜਾਂਦੀਆਂ ਨੇ। ਰੂਡ ਬਿਹੇਵੀਅਰ ਦੇ ਵਿੱਚ ਕਿਸੇ ਨੇ ਤੁਹਾਨੂੰ ਐਕਸੈਪਟ ਨਹੀਂ ਕਰਨਾ ਹੈਗਾ। ਸੋ ਇਸ ਦੇ ਨਾਲ ਮੈਂ ਇਹ ਵੀ ਸੋਚਦਾ ਕਿ ਜੀ ਜਿਹੜੇ ਵੀਰ ਭਰਾ ਜਿਹੜੇ ਲੱਗੇ ਰਹਿੰਦੇ ਨੇ ਕਿ ਅਸੀਂ ਸਿਰਫ ਪੈਸਾ ਕਮਾਉਣ ਦੇ ਵਿੱਚ ਲੱਗੇ ਰਹੀਏ, ਫੈਮਿਲੀ ਨੂੰ ਵੀ ਸਮਾਂ ਦਿਆ ਕਰੋ, ਕਿਉਂਕਿ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਅਗਰ ਤੁਸੀਂ ਉਹਨਾਂ ਨੂੰ ਸਮਾਂ ਨਹੀਂ ਦਿੰਦੇ ਤਾਂ ਉਸ ਪੈਸੇ ਦੀ ਵੀ ਵੈਲਿਊ ਉਹਨਾਂ ਦੇ ਲਈ ਨਹੀਂ ਰਹਿੰਦੀ ਜੋ ਤੁਸੀਂ ਦਿਨ ਰਾਤ ਉਹਨਾਂ ਦੇ ਲਈ ਕਮਾਉਂਦੇ ਹੋ। ਸੋ ਕਾਉਂਸਲਿੰਗ ਲੈਣਾ ਬਹੁਤ ਅੱਛੀ ਗੱਲ ਹੁੰਦੀ ਹੈ। ਰਣਦੀਪ ਜੀ ਦਾ ਨੰਬਰ ਉਹਨਾਂ ਦੇ ਨਾਮ ਦੇ ਬਿਲਕੁਲ ਨੀਚੇ ਸੀਗਾ। ਜੇ ਤੁਸੀਂ ਸੋਸ਼ਲ ਮੀਡੀਆ ਤੇ ਪ੍ਰੋਗਰਾਮ ਦੇਖ ਰਹੇ ਹੋ ਤਾਂ ਤੁਸੀਂ ਇੱਥੋਂ ਦੁਬਾਰਾ ਵੀ ਇਹ ਨੋਟ ਕਰ ਸਕਦੇ ਹੋ, ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਡੀ ਲਾਈਫ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਚੱਲ ਰਹੀ ਹੈ। ਸੋ ਰਣਦੀਪ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਖਿਆਲ ਨਾਲ ਸਾਰੀਆਂ ਗੱਲਾਂ ਉਹ ਦੱਸ ਦਿੱਤੀਆਂ ਹੈ ਨਾ, ਜਿਨ੍ਹਾਂ ਦੇ ਕੰਨ ਹੋਣਗੇ ਉਹਨਾਂ ਨੇ ਸੁਣ ਲਿਆ ਹੈ ਨਾ, ਤੇ ਬਹੁਤ ਜ਼ਰੂਰੀ ਹੈ ਕਿ ਉਹਨੂੰ ਸਮਝਿਆ ਵੀ ਜਾਵੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਦਰਸ਼ਕਾਂ ਨੂੰ ਇਹੀ ਕਹਾਂਗੇ ਜੀ, ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਦੇ ਨਾਲ ਜੀਓ, ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ ਰਹੋ, ਕਿਉਂਕਿ ਪਰਿਵਾਰ ਤੋਂ ਵੱਧ ਕੇ ਇਸ ਦੁਨੀਆ ਦੇ ਵਿੱਚ ਹੋਰ ਕੋਈ ਐਸਾ ਕੋਨਾ ਨਹੀਂ ਹੁੰਦਾ ਜਿੱਥੇ ਤੁਸੀਂ ਅਸਲ ਖੁਸ਼ੀ ਮਾਣ ਸਕਦੇ ਹੋ। ਇਸੇ ਉਮੀਦ ਦੇ ਨਾਲ ਇੱਥੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।